ਆਓ ਕੁਝ ਗਤੀਵਿਧੀਆਂ ਕਰੀਏ। ਵਿਦਿਆਰਥੀਓ, ਤੁਸੀਂ ਕੁਝ ਟੱਪਰੀਵਾਸ ਕਬੀਲਿਆਂ ਦੀਆਂ ਤਸਵੀਰਾਂ ਇਕੱਠੀਆਂ ਕਰੋ ਅਤੇ ਫਿਰ ਆਪਣੀ ਸਕ੍ਰੈਪ ਬੁੱਕ ਵਿੱਚ ਲਗਾਓ। ਵਿਦਿਆਰਥੀਓ, ਇਸ ਗਤੀਵਿਧੀ ਨੂੰ ਕਰਨ ਦੇ ਨਾਲ ਤੁਹਾਨੂੰ ਪਤਾ ਲੱਗੇਗਾ ਕਿ ਵੱਖ-ਵੱਖ ਕਬੀਲਿਆਂ ਦੇ ਲੋਕ ਕਿਸ ਤਰੀਕੇ ਦੇ ਨਾਲ ਆਪਣਾ ਜੀਵਨ ਗੁਜ਼ਾਰਦੇ ਹਨ। ਬੇਟਾ, ਟੱਪਰੀਵਾਸ ਕਬੀਲੇ ਕਿਹੜੇ ਹੁੰਦੇ ਹਨ? ਤੁਹਾਨੂੰ ਪਤਾ ਹੋਣਾ ਜ਼ਰੂਰੀ ਹੈ ਕਿ ਉਹ ਕਬੀਲੇ, ਉਹ ਲੋਕ ਜਿਹੜੇ ਇੱਕ ਥਾਂ ਤੇ ਕਦੇ ਵੀ ਲੰਬੇ ਸਮੇਂ ਲਈ ਟਿਕ ਕੇ ਨਹੀਂ ਰਹਿੰਦੇ, ਜੋ ਚੱਲਦੇ ਫਿਰਦੇ ਥਾਂ ਤੇ ਰਹਿ ਕੇ ਆਪਣੇ ਜੀਵਨ ਨੂੰ ਗੁਜ਼ਾਰਦੇ ਹਨ। ਸੋ ਆਪਣੀ ਸਕ੍ਰੈਪ ਬੁੱਕ ਦੇ ਵਿੱਚ ਅਜਿਹੇ ਕਬੀਲਿਆਂ ਦੀਆਂ ਤਸਵੀਰਾਂ ਤੁਸੀਂ ਚਿਪਕਾਓ ਅਤੇ ਇਸ ਦੇ ਨਾਲ ਹੀ ਆਪਣੇ ਰਾਜ ਦੇ 4 ਗੁਆਂਢੀ ਰਾਜਾਂ ਦੇ ਲੋਕ ਨਾਚ ਦਾ ਇੱਕ ਚਾਰਟ ਬਣਾਓ। ਬੇਟਾ, ਤੁਸੀਂ ਆਪਣੇ ਅਧਿਆਪਕ ਸਾਹਿਬਾਨ ਤੋਂ ਵੀ ਇਸ ਦੀ ਮਦਦ ਲੈ ਸਕਦੇ ਹੋ। ਤੁਸੀਂ ਇੰਟਰਨੈਟ ਤੇ ਵੀ ਸਰਚ ਕਰ ਸਕਦੇ ਹੋ ਕਿ ਤੁਹਾਡੇ ਗੁਆਂਢੀ ਰਾਜਾਂ ਦੇ ਲੋਕ ਨਾਚ ਕਿਹੜੇ ਹਨ। ਜਿਵੇਂ ਕਿ ਸਾਡੇ ਪੰਜਾਬ ਦੇ ਲੋਕ ਨਾਚ ਭੰਗੜਾ ਤੇ ਗਿੱਧਾ ਹਨ, ਇਸੇ ਤਰ੍ਹਾਂ ਤੁਸੀਂ ਗੁਆਂਢੀ ਰਾਜਾਂ ਦੇ ਲੋਕ ਨਾਚਾਂ ਬਾਰੇ ਪਤਾ ਕਰਕੇ ਉਹਨਾਂ ਦਾ ਚਾਰਟ ਜ਼ਰੂਰ ਬਣਾਓ ਤਾਂ ਕਿ ਤੁਹਾਡੇ ਗਿਆਨ ਵਿੱਚ ਹੋਰ ਵਾਧਾ ਹੋ ਸਕੇ। ਆਓ ਅੱਗੇ ਹੁਣ ਅਭਿਆਸ ਦੇ ਪ੍ਰਸ਼ਨ ਦੇਖੀਏ। ਸੋ ਸਭ ਤੋਂ ਪਹਿਲਾਂ ਖਾਲੀ ਥਾਵਾਂ ਭਰੋ। ਪ੍ਰਾਚੀਨ ਸਮੇਂ ਵਿੱਚ %% ਲੋਕ ਪਿੰਡਾਂ ਵਿੱਚ ਰਹਿੰਦੇ ਸਨ। 90% ਲੋਕ ਪਿੰਡਾਂ ਵਿੱਚ ਰਹਿੰਦੇ ਸਨ। ਸ਼ਹਿਰੀ ਜਨਸੰਖਿਆ ਦਿਨ ਬ ਦਿਨ ਜਾ ਰਹੀ ਹੈ। ਬਿਲਕੁਲ ਠੀਕ, ਵੱਧਦੀ ਹੀ ਜਾ ਰਹੀ ਹੈ। ਸਮੁਦਾਇ ਨੂੰ ਪਰਿਵਾਰਾਂ ਦਾ ਪਰਿਵਾਰ ਕਿਹਾ ਜਾਂਦਾ ਹੈ। ਵਿਦਿਆਰਥੀਓ, ਆਪਾਂ ਰਿਵੀਜ਼ਨ ਦੌਰਾਨ ਪੜ੍ਹਿਆ ਸੀ ਕਿ ਸਮੁਦਾਇ ਵੱਖ-ਵੱਖ ਪਰਿਵਾਰਾਂ ਤੋਂ ਮਿਲ ਕੇ ਬਣਦਾ ਹੈ। ਸੋ ਸਮੁਦਾਇ ਨੂੰ ਪਰਿਵਾਰਾਂ ਦਾ ਪਰਿਵਾਰ ਕਿਹਾ ਜਾਂਦਾ ਹੈ। ਮੁੱਢਲੇ ਮਨੁੱਖ ਦਾ ਧੰਦਾ ਕਰਨਾ ਸੀ। ਕੀ ਕਰਨਾ ਸੀ ਬੇਟਾ? ਬਿਲਕੁਲ ਠੀਕ, ਸ਼ਿਕਾਰ ਕਰਨਾ ਸੀ। ਤੇ ਪਰਿਵਾਰ ਸਮਾਜ ਦੀ ਮੁੱਢਲੀ ਹੈ, ਮੁੱਢਲੀ ਇਕਾਈ ਹੈ। ਸੋ ਇਹ ਖਾਲੀ ਥਾਵਾਂ ਸਨ ਜੋ ਤੁਹਾਡੀ ਪੁਸਤਕ ਦੇ ਵਿੱਚ ਦਿੱਤੀਆਂ ਹੋਈਆਂ ਨੇ। ਇਸੇ ਤਰ੍ਹਾਂ ਠੀਕ ਤੇ ਗਲਤ, ਭਾਰਤ ਨੂੰ ਅਨੇਕਤਾ ਵਿੱਚ ਏਕਤਾ ਵਾਲਾ ਦੇਸ਼ ਕਿਹਾ ਜਾਂਦਾ ਹੈ। ਬਿਲਕੁਲ ਠੀਕ। ਕਸ਼ਮੀਰ ਅਤੇ ਰਾਜਸਥਾਨ ਦਾ ਜਲਵਾਯੂ ਇੱਕੋ ਜਿਹਾ ਹੈ। ਗਲਤ। ਹਰ ਮਨੁੱਖ ਆਪਣੇ ਸਮੁਦਾਇ ਦਾ ਮਹੱਤਵਪੂਰਨ ਹਿੱਸਾ ਹੈ। ਬਿਲਕੁਲ ਠੀਕ। ਮਨੁੱਖ ਇਕੱਲਾ ਰਹਿ ਸਕਦਾ ਹੈ। ਗਲਤ। ਸੋਚ ਕੇ ਦੇਖੋ ਵਿਦਿਆਰਥੀਓ, ਕੀ ਤੁਸੀਂ ਇਕੱਲੇ ਰਹਿ ਸਕਦੇ ਹੋ? ਬਿਲਕੁਲ ਵੀ ਨਹੀਂ। ਸੋ ਮਨੁੱਖ ਇਕੱਲਾ ਨਹੀਂ ਰਹਿ ਸਕਦਾ। ਖੇਤੀਬਾੜੀ ਧੰਦੇ ਨਾਲ ਪਿੰਡਾਂ ਦਾ ਵਿਕਾਸ ਹੋਇਆ। ਬਿਲਕੁਲ ਸਹੀ ਹੈ। ਸੋ ਇਹ ਤੁਹਾਡੀ ਪੁਸਤਕ ਵਿੱਚ ਦਿੱਤੇ ਹੋਏ ਖਾਲੀ ਥਾਵਾਂ ਸਨ ਤੇ ਨਾਲ ਹੀ ਠੀਕ ਗਲਤ ਵੀ ਸਨ। ਸੋ ਨੈਕਸਟ ਪ੍ਰਸ਼ਨ ਉੱਤਰ। ਮਨੁੱਖ ਨੂੰ ਸਮਾਜਿਕ ਪ੍ਰਾਣੀ ਕਿਉਂ ਕਿਹਾ ਜਾਂਦਾ ਹੈ? ਸੋ ਪਹਿਲਾ ਪ੍ਰਸ਼ਨ ਵਿਦਿਆਰਥੀਓ, ਤੁਹਾਡੀ ਪੁਸਤਕ ਵਿੱਚ ਅਭਿਆਸ ਮਾਲਾ 'ਚ ਹੈ ਕਿ ਮਨੁੱਖ ਨੂੰ ਸਮਾਜਿਕ ਪ੍ਰਾਣੀ ਕਿਉਂ ਕਿਹਾ ਜਾਂਦਾ ਹੈ। ਤੁਸੀਂ ਨੋਟ ਵੀ ਕਰ ਸਕਦੇ ਹੋ ਕਿ ਮਨੁੱਖ ਨੂੰ ਸਮਾਜਿਕ ਪ੍ਰਾਣੀ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਉਹ ਇਕੱਲਾ ਨਹੀਂ ਰਹਿ ਸਕਦਾ।
ਤੇ ਨਾ ਹੀ ਰਹਿੰਦਾ ਹੈ। ਤੁਸੀਂ ਨੋਟ ਕਰ ਸਕਦੇ ਹੋ ਕਿ ਮਨੁੱਖ ਨੂੰ ਸਮਾਜਿਕ ਪ੍ਰਾਣੀ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਉਹ ਇਕੱਲਾ ਨਹੀਂ ਰਹਿ ਸਕਦਾ ਤੇ ਨਾ ਹੀ ਰਹਿੰਦਾ ਹੈ। ਸਮਾਜ ਦੀ ਮੁੱਢਲੀ ਇਕਾਈ ਕਿਹੜੀ ਹੈ? ਬਿਲਕੁਲ ਠੀਕ, ਹੁਣੇ ਵੀ ਆਪਾਂ ਪੜ੍ਹਿਆ ਸੀ ਕਿ ਸਮਾਜ ਦੀ ਮੁੱਢਲੀ ਇਕਾਈ ਪਰਿਵਾਰ ਹੈ। ਨੈਕਸਟ, ਅਗਲਾ ਪ੍ਰਸ਼ਨ ਹੈ ਕਿ ਕਬੀਲੇ ਦੇ ਅਤੇ ਸ਼ਹਿਰੀ ਜੀਵਨ ਵਿੱਚ ਕੀ ਅੰਤਰ ਹੁੰਦਾ ਹੈ? ਸੋ ਕਬੀਲੇ ਦੇ ਲੋਕ ਸ਼ਿਕਾਰ ਤੇ ਪਸ਼ੂ ਪਾਲ ਕੇ ਗੁਜ਼ਾਰਾ ਕਰਦੇ ਹਨ, ਛੋਟੇ-ਮੋਟੇ ਕੰਮ ਕਰਦੇ ਹਨ। ਕਈ ਕਬੀਲੇ ਅੱਜ ਵੀ ਟੱਪਰੀ ਵਾਸੀ ਹਨ, ਭਾਵ ਆਪਣੀ ਰਹਿਣ ਦੀ ਥਾਂ ਕੁਝ ਸਮੇਂ ਮਗਰੋਂ ਬਦਲਦੇ ਰਹਿੰਦੇ ਹਨ। ਸੋ ਨੋਟ ਕਰੋ ਬੇਟਾ ਕਿ ਕਬੀਲੇ ਦੇ ਲੋਕ ਸ਼ਿਕਾਰ ਤੇ ਪਸ਼ੂ ਪਾਲ ਕੇ ਗੁਜ਼ਾਰਾ ਕਰਦੇ ਹਨ। ਕਈ ਕਬੀਲੇ ਅੱਜ ਵੀ ਟੱਪਰੀ ਵਾਸੀ ਹਨ, ਭਾਵ ਆਪਣੀ ਰਹਿਣ ਦੀ ਥਾਂ ਕੁਝ ਸਮੇਂ ਮਗਰੋਂ ਬਦਲਦੇ ਰਹਿੰਦੇ ਹਨ। ਤੇ ਸ਼ਹਿਰੀ ਜੀਵਨ ਤਕਨੀਕ ਤੇ ਵਿਕਾਸ ਕਰਕੇ ਸਹੂਲਤਾਂ ਵਾਲਾ ਹੁੰਦਾ ਹੈ। ਲੋਕ ਇੱਕ ਥਾਂ ਤੇ ਟਿਕ ਕੇ ਰਹਿੰਦੇ ਹਨ ਤੇ ਨੌਕਰੀ ਜਾਂ ਸਵੈ ਰੋਜ਼ਗਾਰ ਦੇ ਕੰਮ ਕਰਦੇ ਹਨ। ਉਹਨਾਂ ਦਾ ਜੀਵਨ ਜ਼ਿਆਦਾ ਸੰਗਠਿਤ ਹੁੰਦਾ ਹੈ। ਨੋਟ ਕਰੋ ਬੱਚਿਓ ਕਿ ਸ਼ਹਿਰੀ ਜੀਵਨ ਤਕਨੀਕ ਤੇ ਵਿਕਾਸ ਕਰਕੇ ਸਹੂਲਤਾਂ ਵਾਲਾ ਹੁੰਦਾ ਹੈ। ਲੋਕ ਇੱਕ ਥਾਂ ਤੇ ਟਿਕ ਕੇ ਰਹਿੰਦੇ ਹਨ ਤੇ ਨੌਕਰੀ ਜਾਂ ਸਵੈ ਰੋਜ਼ਗਾਰ ਦੇ ਕੰਮ ਕਰਦੇ ਹਨ। ਉਹਨਾਂ ਦਾ ਜੀਵਨ ਸੰਗਠਿਤ ਹੁੰਦਾ ਹੈ। ਚੌਥਾ ਪ੍ਰਸ਼ਨ ਬੇਟਾ ਕਿ ਸਮਾਜ ਮਨੁੱਖ ਲਈ ਕਿਉਂ ਜ਼ਰੂਰੀ ਹੁੰਦਾ ਹੈ? ਉੱਤਰ, ਕਿਉਂਕਿ ਕੋਈ ਵੀ ਮਨੁੱਖ ਇਕੱਲਾ ਨਹੀਂ ਰਹਿ ਸਕਦਾ, ਸਗੋਂ ਉਸ ਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਇੱਕ ਦੂਜੇ ਤੇ ਨਿਰਭਰ ਹੋਣਾ ਪੈਂਦਾ ਹੈ। ਕੋਈ ਵੀ ਮਨੁੱਖ ਇਕੱਲਾ ਨਹੀਂ ਰਹਿ ਸਕਦਾ, ਸਗੋਂ ਉਸ ਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਇੱਕ ਦੂਜੇ ਤੇ ਨਿਰਭਰ ਰਹਿਣਾ ਪੈਂਦਾ ਹੈ। ਅਗਲਾ ਪ੍ਰਸ਼ਨ, ਕੁਦਰਤੀ ਵਾਤਾਵਰਣ ਤੇ ਸੰਖੇਪ ਨੋਟ ਲਿਖੋ। ਸੋ ਧਿਆਨ ਨਾਲ ਸਮਝੋ, ਧਿਆਨ ਨਾਲ ਸੁਣੋ ਕਿ ਮਨੁੱਖ ਕੁਦਰਤੀ ਵਾਤਾਵਰਣ ਵਿੱਚ ਹੀ ਆਪਣਾ ਜੀਵਨ ਜਿਉਂਦਾ ਰਿਹਾ ਹੈ। ਮਨੁੱਖ ਕੁਦਰਤੀ ਵਾਤਾਵਰਣ ਵਿੱਚ ਹੀ ਆਪਣਾ ਜੀਵਨ ਜਿਉਂਦਾ ਰਿਹਾ ਹੈ। ਸ਼ਿਕਾਰ, ਪਸ਼ੂ ਪਾਲਣ, ਅੱਗ ਤੇ ਪਹੀਏ ਦੀ ਖੋਜ, ਖੇਤੀ ਦੇ ਕੰਮ, ਟਿਕ ਕੇ ਰਹਿਣਾ ਤੇ ਪਿੰਡਾਂ ਤੇ ਸ਼ਹਿਰਾਂ ਦਾ ਬਣਨਾ ਆਦਿ ਸਭ ਕੁਝ ਇਸੇ ਕੁਦਰਤੀ ਵਾਤਾਵਰਣ ਵਿੱਚ ਹੀ ਹੋਇਆ। ਮਨੁੱਖ ਨੇ
ਕੁਦਰਤੀ ਸਰੋਤਾਂ ਦੀ ਭਰਪੂਰ ਵਰਤੋਂ ਕਰਕੇ ਆਪਣੇ ਜੀਵਨ ਨੂੰ ਸੌਖਾ ਬਣਾ ਲਿਆ ਹੈ। ਅੱਜ ਵਿਗਿਆਨ ਦੀਆਂ ਕਾਢਾਂ ਨਾਲ ਜਿੱਥੇ ਸਾਨੂੰ ਕਈ ਸਹੂਲਤਾਂ ਮਿਲੀਆਂ ਹਨ, ਉੱਥੇ ਨਾਲ ਹੀ ਇਹ ਵਾਤਾਵਰਣ ਬਦਲ ਰਿਹਾ ਹੈ, ਜਿਸ ਕਰਕੇ ਇਸ ਦੀ ਸੰਭਾਲ ਕਰਨਾ ਸਾਡਾ ਫਰਜ਼ ਵੀ ਹੈ। ਨੈਕਸਟ, ਆਖਰੀ ਪ੍ਰਸ਼ਨ ਹੈ ਕਿ ਮਨੁੱਖ ਦਾ ਬਾਕੀ ਸਜੀਵਾਂ ਤੋਂ ਮੁੱਖ ਅੰਤਰ ਕੀ ਹੈ? ਤੁਹਾਨੂੰ ਬਹੁਤ ਚੰਗੀ ਤਰ੍ਹਾਂ ਇਸ ਦਾ ਉੱਤਰ ਸਮਝ ਆ ਚੁੱਕਿਆ ਹੋਣਾ ਚਾਹੀਦਾ ਹੈ ਕਿ ਮਨੁੱਖ ਇਕੱਲਾ ਨਹੀਂ ਰਹਿ ਸਕਦਾ। ਮਨੁੱਖ ਇਕੱਲਾ ਨਹੀਂ ਰਹਿ ਸਕਦਾ ਤੇ ਮਨੁੱਖ ਆਪੋ ਵਿੱਚ ਇੱਕ ਦੂਜੇ ਤੇ ਨਿਰਭਰ ਹਨ। ਇਸ ਤੋਂ ਇਲਾਵਾ ਉਸ ਕੋਲ ਹੀ ਸੋਚਣ ਦੀ ਸ਼ਕਤੀ ਹੈ। ਵਿਦਿਆਰਥੀਓ, ਇਕੱਲਾ ਇਨਸਾਨ ਹੈ ਜੋ ਠੀਕ ਤੇ ਗਲਤ ਦੀ ਸੋਝੀ ਰੱਖਦਾ ਹੈ। ਸੋ ਮਨੁੱਖ ਕੋਲ ਹੀ ਸੋਚਣ ਦੀ ਸ਼ਕਤੀ ਹੈ ਤੇ ਮਨੁੱਖ ਹੀ ਸੰਗਠਿਤ ਸਮਾਜ ਵਿੱਚ ਟਿਕ ਕੇ ਰਹਿੰਦਾ ਹੈ। ਮਨੁੱਖ ਹੀ ਸੰਗਠਿਤ ਸਮਾਜ ਵਿੱਚ ਟਿਕ ਕੇ ਰਹਿੰਦਾ ਹੈ ਤੇ ਸੱਭਿਆਚਾਰ ਮਾਣਦਾ ਹੈ। ਆਓ ਅੱਗੇ ਹੋਰ ਦੇਖੀਏ। ਤੁਹਾਡੀ ਪੁਸਤਕ ਵਿੱਚ ਕੁਝ ਵਿਕਲਪੀ ਪ੍ਰਸ਼ਨ ਵੀ ਦਿੱਤੇ ਹੋਏ ਹਨ। ਆਓ ਇਹਨਾਂ ਪ੍ਰਸ਼ਨਾਂ ਬਾਰੇ ਵੀ ਆਪਾਂ ਗੱਲ ਕਰੀਏ ਔਰ ਤੁਸੀਂ ਸਹੀ ਵਿਕਲਪ ਚੁਣੋ। ਪਹਿਲਾ ਪ੍ਰਸ਼ਨ, ਸਮਾਜ ਦੀ ਮੁੱਢਲੀ ਸਮਾਜਿਕ ਇਕਾਈ ਕਿਹੜੀ ਹੈ? ਬਹੁਤ ਭਲੀ ਭਾਂਤ ਤੁਹਾਨੂੰ ਇਸ ਦਾ ਉੱਤਰ ਪਤਾ ਹੋਣਾ ਚਾਹੀਦਾ ਬੇਟਾ ਕਿ ਸਮਾਜ ਦੀ ਮੁੱਢਲੀ ਸਮਾਜਿਕ ਇਕਾਈ ਕਿਹੜੀ ਹੈ? ਪਰਿਵਾਰ ਜਾਂ ਸ਼ਹਿਰ? ਬਿਲਕੁਲ ਠੀਕ, ਪਰਿਵਾਰ। ਅਗਲਾ ਪ੍ਰਸ਼ਨ, ਮਨੁੱਖ ਇੱਕ ਸਮਾਜਿਕ ਪ੍ਰਾਣੀ ਕਿਉਂ ਹੈ? ਸੋਚੋ, ਦੋ ਉੱਤਰ ਦਿੱਤੇ ਹੋਏ ਨੇ, ਕਿਹੜਾ ਠੀਕ ਹੈ? ਕਿ ਮਨੁੱਖ ਇਕੱਲਾ ਰਹਿ ਸਕਦਾ ਹੈ ਤੇ ਦੂਸਰਾ, ਮਨੁੱਖ ਇਕੱਲਾ ਨਹੀਂ ਰਹਿ ਸਕਦਾ। ਬਿਲਕੁਲ ਸਹੀ ਕਿ ਮਨੁੱਖ ਇਕੱਲਾ ਨਹੀਂ ਰਹਿ ਸਕਦਾ। ਅਗਲਾ ਪ੍ਰਸ਼ਨ, ਸੱਭਿਆਚਾਰ ਨਾਲ ਕਿਹੜੀ ਭਾਵਨਾ ਪੈਦਾ ਹੁੰਦੀ ਹੈ? ਪਹਿਲਾ ਹੈ ਦੇਸ਼ ਭਗਤੀ ਦੀ ਭਾਵਨਾ ਤੇ ਜਾਂ ਫਿਰਕੂ ਭਾਵਨਾ। ਬਿਲਕੁਲ ਸਹੀ, ਦੇਸ਼ ਭਗਤੀ ਦੀ ਭਾਵਨਾ ਪੈਦਾ ਹੁੰਦੀ ਹੈ। ਉਸ ਤੋਂ ਬਾਅਦ, ਸਭ ਤੋਂ ਪਹਿਲਾਂ ਮਨੁੱਖ ਨੇ ਪ੍ਰਾਚੀਨ ਸਮੇਂ ਵਿੱਚ ਕਿਹੜੇ ਪਦਾਰਥ ਦੇ ਹਥਿਆਰ ਬਣਾਏ? ਸਭ ਤੋਂ ਪਹਿਲਾਂ ਮਨੁੱਖ ਨੇ ਪ੍ਰਾਚੀਨ ਸਮੇਂ ਵਿੱਚ ਕਿਹੜੇ ਪਦਾਰਥ ਦੇ ਹਥਿਆਰ ਬਣਾਏ? ਪੱਥਰ ਜਾਂ ਤਾਂਬਾ? ਬਿਲਕੁਲ ਠੀਕ, ਪੱਥਰ ਦੇ ਹਥਿਆਰ ਬਣਾਏ ਸੀ। ਸੋ ਆਪ ਸਭ ਨੇ ਬਹੁਤ ਹੀ ਧਿਆਨ ਦੇ ਨਾਲ ਇਸ ਪਾਠ ਦੀ ਦੁਹਰਾਈ ਕੀਤੀ, ਅਭਿਆਸ ਦੇ ਪ੍ਰਸ਼ਨ ਸਮਝੇ। ਮੈਨੂੰ ਆਸ ਹੈ ਕਿ ਇਹ ਪਾਠ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ।